ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ 135ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਪੰਜਵਾਂ। ਤੂੰ ਸਮਰੱਥ ਤੂੰ ਹੈ ਮੇਰਾ ਸੁਆਮੀ, ਸਭ ਕੁਛ ਤੁਮ ਤੇ ਤੂੰ ਅੰਤਰਜਾਮੀ। ਪਾਰ ਬ੍ਰਹਮ ਪੂਰਨ ਜਨ ਓਟ, तेरी सरन उदरंजन कोट रहाओ। जेते जीते ते सब तेरे, तुमरी कृपा ते सुग कनेरे। जो कुछ करते वरते सब तेरा भाणा, हुक्म बुझे सो सच समाणा। कर कृपा दीजे प्रभदान, नानक सिमरे नाम निदान। जो कुछ वरते सब तेरा भाणा, हुक्म बुझे सो सच समाणा। ਕਰ ਕਿਰਪਾ ਦੀਜੇ ਪ੍ਰਭਦਾਨ, ਨਾਨਕ ਸਿਮਰੇ ਨਾਮ ਨਿਦਾਨ। ਸ਼ਬਦ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਪਰਮੇਸ਼ਰ ਤੁਸੀਂ ਸਿਰਜਣਹਾਰ, ਸ਼ਕਤੀਵਾਨ ਤੇ ਕਰਤਾ ਪੁਰਖ ਹੋ ਜੀ, ਅਤੇ ਤੁਸੀਂ ਹੀ ਮੇਰੇ ਮਾਲਕ ਹੋ ਜੀ, ਤੇ ਮੈਂ ਤੁਹਾਡਾ ਸੇਵਕ ਦਾਸ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਭ ਕੁਝ ਤੇਰੇ ਤੇ ਹੀ ਭਾਣੇ ਵਿੱਚ ਹੋ ਰਿਹਾ ਹੈ ਸੱਚੇ ਪਾਤਸ਼ਾਹ, ਅਤੇ ਤੂੰ ਹੀ ਸਾਡਾ ਅੰਤਰਜਾਮੀ ਪਿਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਪੂਰਨ ਪਾਰ ਬ੍ਰਹਮ ਪਰਮੇਸ਼ਰ, ਤੁਸੀਂ ਆਪਣੇ ਦਾਸਾਂ ਦੀ ਓਟ ਅਤੇ ਟੇਕ ਹੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸ਼ਬਦ ਗੁਰਬਾਣੀ ਨਾਮ ਰਾਹੀਂ ਤੁਹਾਡੀ ਸਰਨ ਪੈ ਕੇ ਲੱਖਾਂ ਕਰੋੜਾਂ ਗੁਰਮੁਖ ਸੇਵਕ ਇਸ ਸੰਸਾਰ ਸਾਗਰ ਤੋਂ ਤਰ ਜਾਂਦੇ ਹਨ ਜੀ। ਭਾਵ ਉਹਨਾਂ ਨੂੰ ਤੁਹਾਡੇ ਭਾਣੇ ਦੀ ਅਤੇ ਜੰਮਣ ਮਰਨ ਦੀ ਜ਼ਿੰਦਗੀ ਦੀ ਇਸ ਖੇਡ ਦਾ ਪਤਾ ਲੱਗ ਜਾਂਦਾ ਹੈ ਜੀ, ਸੋਝੀ ਹੋ ਜਾਂਦਾ ਹੈ ਜੀ। ਭਾਵ ਤੁਹਾਡੀ ਬਖਸ਼ੀ ਹੋਈ ਦਾਤ ਗੁਰਸ਼ਬਦ ਗੁਰਬਾਣੀ ਦੁਆਰਾ ਇਸ ਸੰਸਾਰ ਦੇ ਭਵ ਸਾਗਰ ਤੋਂ ਆਉਣਾ ਜਾਣਾ ਆਸਾਨ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਜਗਤ ਸੰਸਾਰ ਵਿੱਚ ਜਿਤਨੇ ਵੀ ਜੀਵ ਹਨ ਜੀ, ਉਹ ਸਾਰੇ ਤੁਹਾਡੇ ਹੀ ਸਿਰਜੇ ਹੋਏ, ਤੁਹਾਡੇ ਹੀ ਪੈਦਾ ਕੀਤੇ ਹੋਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਭ ਜੀਵ ਗੁਰਸ਼ਬਦ ਗੁਰਬਾਣੀ ਨਾਮ ਅਤੇ ਤੁਹਾਡੀ ਕਿਰਪਾ ਨਾਲ ਹੀ ਬਹੁਤ ਸੁੱਖ ਪਾ ਰਹੇ ਹਨ ਜੀ। ਇਹਦੇ ਵਿੱਚ ਸਭ ਜੀਵ ਦਾ ਮਤਲਬ ਸ੍ਰਿਸ਼ਟੀ ਤੇ ਹੈ ਹੀ ਹੈ, ਨਾਲ ਹਿਊਮਨ ਨੂੰ, ਗੁਰਮੁਖਾਂ ਨੂੰ, ਮਨੁੱਖਾਂ ਜੀਵਨ ਨੂੰ ਉਹਨਾਂ ਨੇ ਤਗੀਦ ਦਿੱਤੀ ਹੈ ਜੀ, ਕਿਉਂਕਿ ਮਨੁੱਖਾ ਜੀਵਨ ਹੀ ਹੈ ਜੀ ਜੋ ਕਿ ਇਸ ਗੁਰਸ਼ਬਦ ਗੁਰਬਾਣੀ ਨਾਮ ਨੂੰ ਸਮਝ ਸਕਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਪਰਮੇਸ਼ਰ, ਇਸ ਜਗਤ ਵਿੱਚ ਜੋ ਕੁਝ ਵਰਤ ਰਿਹਾ ਹੈ ਜੀ, ਸਭ ਕੁਝ ਤੁਹਾਡੇ ਭਾਣੇ ਵਿੱਚ ਤੁਹਾਡੀ ਇੱਛਾ ਅਨੁਸਾਰ ਹੀ ਹੋ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਹੜਾ ਗੁਰਮੁਖ ਪਰਮੇਸ਼ਰ ਦੇ ਹੁਕਮ ਨੂੰ ਸਮਝਦਾ ਹੈ ਜੀ, ਉਹ ਮਾਨੋ ਗੁਰਸ਼ਬਦ ਗੁਰਬਾਣੀ ਨਾਮ ਰਾਹੀਂ ਸੱਚ ਵਿੱਚ ਉਸ ਸੱਚ ਪਰਮੇਸ਼ਰ ਦੇ ਵਿੱਚ ਲੀਨ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਪਰਮੇਸ਼ਰ, ਆਪ ਦੀ ਆਪਣੀ ਕਿਰਪਾ ਕਰੋ, ਇਹ ਗੁਰਸ਼ਬਦ ਗੁਰਬਾਣੀ ਨਾਮ ਦਾਨ ਬਖਸ਼ੋ, ਅਤੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਖਜ਼ਾਨਾ ਸਦਾ ਹੀ ਮੈਨੂੰ ਬਖਸ਼ੋ ਜੀ, ਅਤੇ ਮੈਂ ਇਹ ਸਿਮਰਦਾ ਰਵਾਂ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ।
ਇਸ ਸ਼ਬਦ ਵਿੱਚ ਗੁਰੂ ਜੀ ਪਰਮੇਸ਼ਰ ਦੇ ਸਿਰਜਣਹਾਰ ਦੇ ਕਿ ਭਾਣੇ ਅੰਤਰਜਾਮੀ ਸਿਰਜਣਹਾਰ ਦੇ ਸਿਰਜੇ ਹੋਏ ਸ੍ਰਿਸ਼ਟੀ ਦੇ ਬਾਰੇ ਵਡੱਪਤਾ ਬਾਰੇ ਦੱਸਦੇ ਹਨ ਜੀ ਕਿ ਇਹ ਸਾਰਾ ਕੁਝ ਸਾਰੀ ਸ੍ਰਿਸ਼ਟੀ ਉਸ ਸਿਰਜਣਹਾਰ ਪਰਮੇਸ਼ਰ ਨੇ ਸਿਰਜੀ ਹੋਈ ਹੈ ਜੀ ਅਤੇ ਉਹ ਹੀ ਅੰਤਰਜਾਮੀ ਹੈ ਜੀ। ਉਹਦੇ ਭਾਣੇ ਵਿੱਚ ਹੋਵੇ ਤਾਂ ਫਿਰ ਗੁਰਸ਼ਬਦ ਗੁਰਬਾਣੀ ਨਾਮ ਰਾਹੀਂ ਗੁਰਮੁਖਾਂ ਨੂੰ ਇਸ ਦੀ ਸਮਝ ਹੁੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਕੁਝ ਹੋ ਰਿਹਾ ਹੈ ਜੀ ਉਹ ਵਾਹਿਗੁਰੂ ਜੀ ਦੇ ਪਰਮੇਸ਼ਰ ਦੇ ਆਪਣੇ ਹੁਕਮ ਵਿੱਚ ਹੀ ਹੋ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਸੀਂ ਅਜਿਹੇ ਪਰਮੇਸ਼ਰ ਦੀ ਕੀ ਉਸਤਤ ਕਰ ਸਕਦੇ ਹਾਂ ਜੀ, ਕਿਉਂਕਿ ਉਸ ਦੀਆਂ ਦਾਤਾਂ, ਉਸਦੇ ਭੰਡਾਰ, ਉਸਦੇ ਖਜ਼ਾਨੇ ਭਰੇ ਪਏ ਹਨ ਜੀ। ਅਸੀਂ ਤੇ ਕਿਣ ਮਾਤਰ ਵੀ ਨਹੀਂ ਸਮਝ ਸਕਦੇ ਉਹ ਸਿਰਜਣਹਾਰ ਦੀ ਸ੍ਰਿਸ਼ਟੀ ਨੂੰ ਔਰ ਉਸ ਅੰਤਰਜਾਮੀ ਨੂੰ, ਪਰ ਗੁਰਸ਼ਬਦ ਗੁਰਬਾਣੀ ਨਾਮ ਰਾਹੀਂ ਇਹ ਸੋਝੀ ਆ ਸਕਦੀ ਹੈ ਜੀ ਕਿ ਸਭ ਕੁਝ ਉਸਦੇ ਹੁਕਮ ਵਿੱਚ ਹੀ ਹੋ ਰਿਹਾ ਹੈ ਜੀ ਅਤੇ ਜੰਮਣ ਮਰਨ ਆਉਣਾ ਜਾਣਾ ਵੀ ਇੱਕ ਜੀਵਨ ਦਾ ਹਿੱਸਾ ਹੀ ਹੈ ਜੀ। ਸੁੱਖ ਦੁੱਖ ਸਭ ਕੁਝ ਉਸਦੇ ਭਾਣੇ ਵਿੱਚ ਹੀ ਹੋ ਰਿਹਾ ਹੈ ਜੀ। ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੇਜ 1414 ਦੇ ਪੰਨੇ 'ਤੇ ਇਸ ਪੰਕਤੀ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਤੀਨ ਭਵਨ ਨਹਿ ਕੇਵਲ ਗਿਆਨ ਸਾਚੇ ਗੁਰ ਤੇ ਹੁਕਮ ਪਛਾਨ। ਤੀਨ ਭਵਨ ਨਹਿ ਕੇਵਲ ਗਿਆਨ ਸਾਚੇ ਗੁਰ ਤੇ ਹੁਕਮ ਪਛਾਨ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾਤੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।